ਆਮ ਤੌਰ ਤੇ ਬੋਲਿਆ ਜਾਂਦਾ ਹੈ ਕਿ ਕੁੜੀਆਂ ਜਿਹੜੀਆਂ ਉਹਨਾਂ ਦੀ ਆਪਣੇ ਡੈਡ ਦੇ ਨਾਲ ਆਪਣੇ ਪਿਓ ਦੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਹੁੰਦੀ ਆ। ਮੇਰਾ ਇੱਕ ਹੀ ਮਕਸਦ ਹੈ ਆਪਣੇ ਪਾਪਾ ਨੂੰ ਇਲੈਕਸ਼ਨ ਜਿਤਾਉਣਾ ਤੇ ਮੈਨੂੰ ਲੱਗਦਾ ਹੈ ਕਿ ਲੋਕੀ ਸਾਡਾ ਪੂਰਾ ਸਾਥ ਦੇ ਰਹੇ ਨੇ। ਮੈਂ 5 ਸਾਲਾਂ ਦੀ ਸੀ ਜਦੋਂ ਮੇਰੀ ਇੱਕ ਹੀ ਸੁਪਨਾ ਉਦੋਂ ਦਾ ਕਿ ਮੈਂ ਆਪਦੀ ਫਾਦਰ ਦੀ ਲੈਗੇਸੀ ਗਾਂ ਲੈ ਕੇ ਜਾਣੀ ਹੈ। ਉਹ ਕਿਸੇ ਵੀ ਤਰੀਕੇ 'ਚ ਹੋ ਸਕਦਾ। ਇੱਕ ਮੇਜਰ ਚੀਜ਼ ਦੀ ਲੋੜ ਹੈ ਇੱਥੇ ਕੁੜੀਆਂ ਵਾਸਤੇ, ਐਜੂਕੇਸ਼ਨ ਇੱਕ ਬਹੁਤ ਵੱਡਾ ਮੁੱਦਾ ਹੈ। ਅਜੇ ਵੀ ਅਸੀਂ 21ਵੀਂ ਸਦੀ ਦੇ ਬੂਹੇ ਦੇ ਅੰਦਰ ਵੜ ਗਏ ਹੋਏ ਆ। ਅਸੀਂ ਰਾਤ ਨੂੰ ਬਾਹਰ ਨਿਕਲਣ ਲੱਗੇ ਕੋਈ 10 ਵਾਰੀ ਸੋਚਦੇ। ਤੁਹਾਨੂੰ ਲੱਗਦਾ ਨਹੀਂ ਕਿ ਇੱਕ ਇਨਸਿਕਿਉਰਿਟੀ ਵੀ ਕਿਤੇ ਨਾ ਕਿਤੇ ਕਾਊਂਟ ਕਰਦੀ ਕਿ ਪਰ ਮੈਨੂੰ ਲੱਗਦਾ ਹੈ ਕਿ ਇਨਸਿਕਿਉਰਿਟੀ ਹਮੇਸ਼ਾ ਇੱਕ ਪੇਰੈਂਟਸ ਦੇ ਦਿਮਾਗ 'ਚ ਹੁੰਦੀ ਹੈ ਕਿ ਨਹੀਂ ਜੀ ਸਾਡੀ ਬੇਟੀ ਹੈ ਤੇ ਅਸੀਂ ਬਾਹਰ ਨਹੀਂ ਲੈ ਕੇ ਜਾਣਾ, ਬਾਹਰ ਨਹੀਂ ਕੱਢਣਾ। ਕਈ ਵਾਰੀ ਤਾਂ ਐ ਹੁੰਦਾ ਕਿ ਉਹ ਬਾਹਰ ਉਦੋਂ ਨਿਕਲਦੀ ਹੈ ਜਦੋਂ ਦਾ ਵਿਆਹ ਹੁੰਦਾ ਹੈ। ਬੋਲਡਨੈਸ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਮੁੰਡਿਆਂ 'ਚ ਹੋਵੇ ਜਾਂ ਨਾ ਹੋਵੇ, ਕੁੜੀਆਂ 'ਚ ਹੋਣੀ ਬਹੁਤ ਜ਼ਰੂਰੀ ਹੈ। ਜੇ ਕੁੜੀ ਨੂੰ ਨਾ ਕਹਿਣੀ ਆਉਂਦੀ ਹੈ ਤੇ ਉਹ ਆਪਦੀ ਪੂਰੀ ਦੁਨੀਆ ਚੇਂਜ ਕਰ ਸਕਦੀ ਹੈ। ਜੇ ਉਹਨੂੰ ਆਪਦੇ ਰਾਈਟਸ ਵਾਸਤੇ ਲੜਨਾ ਆਉਂਦਾ ਹੈ ਤਾਂ ਫਿਰ ਮੈਨੂੰ ਲੱਗਦਾ ਨਹੀਂ ਉਹਨੂੰ ਦੁਨੀਆ ਦੀ ਕੋਈ ਵੀ ਚੀਜ਼ ਰੋਕ ਸਕਦੀ। ਸੈਨੀਟਰੀ ਨੈਪਕਿਨਸ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀਆਂ ਅੱਜ ਕੱਲ੍ਹ ਪੜ੍ਹੀਆਂ ਲਿਖੀਆਂ ਕੁੜੀਆਂ ਵੀ ਮੰਗਣ ਤੋਂ ਡਰਦੀਆਂ। ਸਤਿ ਸ਼੍ਰੀ ਅਕਾਲ। ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਹਰ ਸਟੋਰੀ ਸ਼ੋ ਰਮਨ ਤੂਰ ਦੇ ਵਿੱਚ ਸਵਾਗਤ। ਅੱਜ ਦੇ ਇਸ ਹਰ ਸਟੋਰੀ ਸ਼ੋ ਦੀ ਨਾਇਕਾ ਇੱਕ ਬਹੁਤ ਨੋਨ ਫੈਮਿਲੀ ਤੋਂ ਆ, ਪਰ ਇਸ ਕੁੜੀ ਨਾਲ ਗੱਲ ਕਰਨ ਦਾ ਮੇਰਾ ਮਕਸਦ ਸਿਰਫ ਇਹ ਹੈ ਕਿ ਆਮ ਤੌਰ ਤੇ ਬੋਲਿਆ ਜਾਂਦਾ ਹੈ ਕਿ ਕੁੜੀਆਂ ਜਿਹੜੀਆਂ ਉਹਨਾਂ ਦੀ ਆਪਣੇ ਡੈਡ ਦੇ ਨਾਲ ਆਪਣੇ ਪਿਓ ਦੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਹੁੰਦੀ ਆ ਤੇ ਬਹੁਤ ਜਗ੍ਹਾ ਤੇ ਬਹੁਤ ਜਿਹੜੀਆਂ ਕਹਾਣੀਆਂ ਦੇ ਵਿੱਚ ਇਹ ਮਿਸਾਲ ਆਮ ਹੀ ਦੇਖਣ ਨੂੰ ਮਿਲ ਜਾਂਦੀ ਆ। ਚੋਣਾਂ ਹੈ, ਹੋ ਸਕਦਾ ਤੁਸੀਂ ਇਹ ਇੰਟਰਵਿਊ ਜਿਹੜੀ ਆ ਉਦੋਂ ਦੇਖੋ ਜਦੋਂ ਇਲੈਕਸ਼ਨ ਲੰਘ ਚੁੱਕੀਆਂ ਹੋਣ, ਪਰ ਇਸ ਵੇਲੇ ਜਦੋਂ ਚੋਣਾਂ ਦਾ ਮਾਹੌਲ ਭਖਿਆ ਹੋਇਆ ਪੂਰੇ ਪੰਜਾਬ ਦੇ ਵਿੱਚ ਔਰ ਜਿੰਨੇ ਵੀ ਲੀਡਰ ਹੈਗੇ ਆ, ਜਿੰਨੇ ਵੀ ਉਮੀਦਵਾਰ ਹੈਗੇ, ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਚੋਣ ਪ੍ਰਚਾਰ ਦੇ ਲਈ ਉਤਰੇ ਹੋਏ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਪਿਆਰੀ ਜੀ ਕੁੜੀ ਬਹੁਤ ਚਰਚਾ ਦਾ ਵਿਸ਼ਾ ਬਣੀ ਹੈ। ਉਹ ਰਾਜਾ ਵੜਿੰਗ ਹੋਰਾਂ ਦੀ ਬੇਟੀ ਹੈ, ਏਕਮ ਵੜਿੰਗ। ਥੋੜੀ ਦੇਰ ਪਹਿਲਾਂ ਮੇਰੀ ਇਹਨਾਂ ਦੇ ਮਾਤਾ ਜੀ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਅਫੀਸ਼ੀਅਲੀ ਅਜੇ, ਮੈਂ ਉਹਨਾਂ ਨੂੰ ਤੁਹਾਡੇ ਮਾਮ ਨੂੰ ਪੁੱਛਿਆ ਕਿ ਤੁਸੀਂ ਅਫੀਸ਼ੀਅਲੀ ਹਜੇ ਰਾਜਨੀਤੀ 'ਚ ਆਏ ਨਹੀਂ, ਪਰ ਤੁਹਾਨੂੰ ਲੱਗਦਾ ਕਿ ਏਕਮ ਵੀ ਇਦਾਂ ਦਾ ਕੁਝ ਕਰ ਸਕਦੀ? ਤਾਂ ਉਹਨਾਂ ਨੇ ਕਿਹਾ ਸਾਡੇ ਲਈ ਸਰਪ੍ਰਾਈਜ਼ ਸੀ। ਸੋ ਮੈਨੂੰ ਲੱਗਿਆ ਕਿ ਇੱਕ ਬੱਚੀ ਜਿਹੜੀ ਇੱਕ ਵਧੀਆ ਫੈਮਿਲੀ ਦੇ ਵਿੱਚ ਜੰਮੀ ਪਲੀ ਆ ਔਰ ਹੁਣ ਉਹ ਲੋਕਾਂ ਦੇ ਰੂਬਰੂ ਹੋ ਰਹੀ ਹੈ। ਆਮ ਤੌਰ ਤੇ ਕਹਿ ਦਿੱਤਾ ਜਾਂਦਾ ਵੀ ਤਕੜੇ ਘਰਾਂ ਦੇ ਬੱਚਿਆਂ ਨੂੰ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਨਾਲ ਕੋਈ ਵਾਹ ਵਸਤਾ ਨਹੀਂ ਹੁੰਦਾ ਤੇ ਵੋਟਾਂ ਦੇ ਦਿਨਾਂ ਦੇ ਵਿੱਚ ਜਿਹੜੇ ਉਮੀਦਵਾਰ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰਦੇ ਆ। ਸੋ ਏਕਮ ਦੇ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਬੱਚੇ ਦੇ ਦਿਮਾਗ 'ਚ ਕੀ ਕੁਝ ਆ ਤੇ ਹੁਣ ਜਦੋਂ ਉਹ ਆਮ ਲੋਕਾਂ ਦੇ ਰੂਬਰੂ ਹੋ ਰਹੀ ਹੈ ਤੇ ਕੀ ਚੀਜ਼ ਦੇਖ ਰਹੀ ਆ। ਏਕਮ, ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫॉर ਹੈਵਿੰਗ ਮੀ। ਕੀ ਲੱਗਦਾ ਹੈ ਕਿ ਆਮ ਤੌਰ ਤੇ ਮੈਂ ਪਹਿਲਾਂ ਹੀ ਕਿਹਾ ਕਿ ਆਲੋਚਨਾ ਹੁੰਦੀ ਨਾ ਕਿ ਜੇ ਕਲਾਕਾਰਾਂ ਦੇ ਬੱਚੇ ਹੋਣ ਤੇ ਉਹ ਕਹਿੰਦੇ ਵੀ ਇਹ ਤਾਂ ਪਹਿਲਾਂ ਹੀ ਸਟਾਰ ਦਾ ਬੱਚਾ ਸੀ ਤੇ ਇਹਨੂੰ ਇਸ ਲਈ ਸਭ ਕੁਝ ਮਿਲ ਗਿਆ, ਜਾਂ ਹੁਣ ਜਿਵੇਂ ਤੁਸੀਂ ਇਲੈਕਸ਼ਨ ਦੇ ਵਿੱਚ ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਕੀ ਲੱਗਦਾ ਹੈ ਆਮ ਲੋਕਾਂ ਦੀਆਂ ਪ੍ਰੋਬਲਮਸ ਆ? ਕਿਉਂਕਿ ਤੁਸੀਂ ਇੱਕ ਵਧੀਆ ਫੈਮਿਲੀ ਨੂੰ ਬਿਲੋਂਗ ਕਰਦੇ, ਵਧੀਆ ਘਰ 'ਚ ਜੰਮੇ ਪਲੇ ਆ। ਜਦੋਂ ਹੁਣ ਬਹੁਤ ਸਾਰੇ ਇਹੋ ਜਿਹੇ ਘਰਾਂ 'ਚ ਜਾਂਦੇ ਹੋਵੋਗੇ ਜਿੱਥੇ ਘਰ ਦੇ ਮੂਹਰੇ ਕੋਈ ਨਾਲੀ ਗੰਦੀ ਆ, ਕੋਈ ਸਮੈਲ ਆਉਂਦੀ ਆ, ਘਰ ਨਹੀਂ ਚੰਗਾ, ਕੀ ਫੀਲ ਹੁੰਦਾ ਉਦੋਂ? ਆਈ ਥਿੰਕ ਆ ਬਹੁਤ ਕਾਮਨ ਪਰਸੈਪਸ਼ਨ ਹੈ ਕਿ ਹਰ ਇੱਕ ਤਕੜਾ ਪਰਿਵਾਰ ਹੁੰਦਾ ਹੈ ਜਿਹੜਾ ਇੱਕ, ਜੇ ਮੇਰੇ ਫਾਦਰ ਸਕਸੈਸਫੁਲ ਨੇ ਤਾਂ ਉਹਨਾਂ ਦੇ ਬੱਚਿਆਂ ਨੂੰ ਪੱਕੀਆਂ ਪਕਾਈਆਂ ਮਿਲ ਜਾਣਗੀਆਂ। ਤੇ ਮੈਨੂੰ ਆ ਲੱਗਦਾ ਨਹੀਂ ਆ ਟਰੂ ਹੈ। ਹਰ ਬੰਦਾ ਜਿਹਨੇ ਸਕਸੈਸਫੁਲ ਹੋਣਾ ਹੁੰਦਾ ਹੈ ਉਹਨੂੰ ਆਪਦੇ ਵਾਸਤੇ ਆਪ ਮਿਹਨਤ ਕਰਨੀ ਪੈਂਦੀ ਹੈ। ਭਾਵੇਂ ਤੁਹਾਡੇ ਪਾਪਾ, ਸਪੈਸ਼ਲੀ ਜਿਹੜੀ ਕੁੜੀ ਹੁੰਦੀ ਹੈ, ਠੀਕ ਹੈ, ਡਜ਼ਨਟ ਮੈਟਰ ਕਿ ਮੇਰੇ ਫਾਦਰ ਕੌਣ ਨੇ, ਮੇਰਾ ਭਰਾ ਕੌਣ ਹੈ, ਮੇਰੇ ਨਾਨਾ ਜੀ ਕੌਣ ਨੇ, ਮੇਰੇ ਦਾਦਾ ਜੀ ਕੌਣ ਨੇ, ਮੈਨੂੰ ਆਪਦੇ ਵਾਸਤੇ ਕੰਮ ਕਰਨਾ ਪਏਗਾ। ਮੈਨੂੰ ਪੱਕੀਆਂ ਪਕਾਈਆਂ, ਹਾਂ ਕਈ ਥਾਵਾਂ ਤੇ ਹੁੰਦਾ ਹੈ। ਮੈਨੂੰ ਲੱਗਦਾ ਹੈ ਜੀ ਕਿ ਹਰ ਪੇਰੈਂਟ ਆਪਦਾ ਉੱਥੇ ਯੋਗਦਾਨ ਪਾਉਣਾ ਚਾਹੁੰਦਾ ਹੈ ਜਿੱਥੇ ਉਹ ਪਾ ਸਕਦਾ ਆਪਦੇ ਬੱਚੇ ਦੀ ਜ਼ਿੰਦਗੀ 'ਚ, ਕਿ ਉਹ ਮੁਸ਼ਕਿਲਾਂ ਘਟਾਉਣ। ਭਾਵੇਂ ਉਹ ਇੱਕ ਪੋਲੀਟੀਸ਼ੀਅਨ ਹੈ ਜਾਂ ਨਹੀਂ ਹੈ, ਭਾਵੇਂ ਉਹ ਪਾਵਰਫੁਲ ਹੈ ਨਹੀਂ ਹੈ, ਇੱਕ ਯੋਗਦਾਨ ਹੁੰਦਾ ਹੈ ਜੀ ਪੇਰੈਂਟਸ ਦਾ ਬਹੁਤ ਵੱਡਾ। ਪਰ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਕਿ ਜੇ ਮੇਰੇ ਪਾਪਾ ਸਕਸੈਸਫੁਲ ਹੈ ਕਿ ਬੱਚਾ ਵੀ ਇतना ਸਕਸੈਸਫੁਲ ਹੋਊਗਾ। ਮੈਂ ਕਿਸੇ ਨੂੰ ਨਾਮ ਨਹੀਂ ਲੈਣਾ ਚਾਹੁੰਦੀ, ਪਰ ਇੰਡੀਆ 'ਚ ਬਹੁਤ ਸਾਰੇ ਸੈਲੀਬ੍ਰਿਟੀਜ਼ ਨੇ ਜਿਨ੍ਹਾਂ ਦੇ ਬੱਚਿਆਂ ਨੇ ਇੰਨਾ ਆਪਦੇ ਇੰਨੀ ਗਰੋ ਨਹੀਂ ਕੀਤੇ ਜਿੰਨਾ ਉਹਨਾਂ ਦੇ ਪੇਰੈਂਟਸ ਨੇ ਕੀਤਾ। ਏਕਮ, ਜਦੋਂ ਤੁਸੀਂ
ਛੋਟੇ ਜਦੋਂ ਕਹਿੰਦਾ ਕਿ ਸਮਝ ਆਉਂਦੀ ਆ ਕਿ ਓਕੇ ਮੇਰੇ ਡੈਡ ਕੀ ਕਰ ਰਹੇ ਆ, ਸਾਡੇ ਘਰ ਦਾ ਮਾਹੌਲ ਕੀ ਆ, ਇਹ ਚੀਜ਼ਾਂ ਉਦੋਂ ਫਸਟ ਆਫ ਆਲ ਕੀ ਇੱਕ ਆਇਆ ਦਿਮਾਗ ਦੇ ਵਿੱਚ, ਜਿਵੇਂ ਹੁੰਦਾ ਨਾ ਕਿ ਬੱਚਾ ਛੋਟਾ ਹੈ ਉਹਦੇ ਸਕੂਲ ਦੇ ਵਿੱਚ ਵੀ ਗੱਲਾਂ ਹੁੰਦੀਆਂ, ਤੇ ਸਾਡੀ ਕੁੜੀਆਂ ਦੀ ਤਾਂ ਆਦਤ ਹੁੰਦੀ ਹੈ ਕਿ ਸਾਡਾ ਡੈਡ ਜਿਵੇਂ ਵੀ ਆ ਸਾਡੇ ਲਈ ਹੀਰੋ, ਔਰ ਅਸੀਂ ਬਹੁਤ ਵੱਡੀ ਵੱਡੀ ਇੱਕ ਹਵਾ ਜੀ ਕਰਦੇ ਨੇ ਕਿ ਮੇਰੇ ਡੈਡ ਦਾ ਇੱਦਾਂ, ਉਹ ਦੌਰ ਦੇਖਿਆ, ਉਹ ਚੀਜ਼ਾਂ ਹੋਈਆਂ ਸਕੂਲ ਦੇ ਵਿੱਚ? ਸਕੂਲ 'ਚ ਮੈਂ ਕਹਿ ਨਹੀਂ ਸਕਦੀ ਹੋਈਆਂ, ਹਾਂ ਕੁਝ ਲਿਮਿਟ ਤੇ ਬੱਚੇ ਕਰਦੇ ਸੀ ਹੈ ਨਾ, ਕਿ ਜਿਵੇਂ ਮੇਰੇ ਪਾਪਾ ਆਉਂਦੇ ਸੀ, ਪਰ ਮੈਂ ਆਪਦੇ ਪੇਰੈਂਟਸ ਦੀ ਬਹੁਤ ਥੈਂਕਫੁਲ ਹੈ, ਮੈਨੂੰ ਪਾਪਾ ਮੰਮਾ ਨੇ ਕਦੇ ਹਵਾ ਲੱਗਣ ਨਹੀਂ ਦਿੱਤੀ, ਮੈਨੂੰ ਪਾਪਾ ਮੰਮਾ ਨੇ ਕਦੇ ਵੀ ਇਸ ਚੀਜ਼ਾਂ 'ਚ ਪਾਇਆ ਨਹੀਂ। ਜਿਵੇਂ ਬੱਚੇ ਬਹੁਤ ਹੁਣ ਹਰ ਘਰ 'ਚ, ਮੈਂ ਇਕੱਲੀ ਨਹੀਂ ਹੈ, ਮਤਲਬ ਬਹੁਤ ਹੋਰ ਫੈਮਲੀਜ਼ ਹੈ ਜਿਹੜੇ ਬਹੁਤ ਵਧੀਆ ਕਰਦੇ ਆ ਆਪਦੇ ਲਾਈਫ ਵਿੱਚ, ਉਹਨਾਂ ਦੇ ਬੱਚੇ ਇੱਕ ਬੱਚਿਆਂ ਨੂੰ ਵੱਡਾ ਕਰਨ ਦਾ ਤਰੀਕਾ ਹੁੰਦਾ ਹੈ, ਜਿਹੜਾ ਮੈਨੂੰ ਲੱਗਦਾ ਹੈ ਮੇਰੇ ਪੇਰੈਂਟਸ ਨੇ ਬਹੁਤ ਸੋਹਣੇ ਤਰੀਕੇ ਨਾਲ ਮੈਨੂੰ ਤੇ ਮੇਰੇ ਬ੍ਰਦਰ ਨੂੰ ਵੱਡਾ ਕੀਤਾ ਹੈ, ਤੇ ਸਾਨੂੰ ਕਦੇ ਇਹ ਹਵਾ ਲੱਗਣ ਨਹੀਂ ਦਿੱਤੀ। ਤੇ ਜੇ ਕਿਸੇ ਨੇ ਕਹਿ ਵੀ ਦੇਣਾ ਜਾਂ ਕਦੇ ਮੈਂ ਖੁਸ਼ ਹੋ ਵੀ ਜਾਣਾ, ਉਦੋਂ ਮੰਮੀ ਪਾਪਾ ਨੇ ਨਾਲ ਦੀ ਨਾਲ ਕਹਿ ਦੇਣਾ ਕਿ ਕੋਈ ਨਾ ਪੁੱਤ, ਹਜੇ ਤਾਂ ਪੂਰੀ ਜ਼ਿੰਦਗੀ ਪਈ ਹੈ, ਹਜੇ ਨਹੀਂ ਆਪਾਂ ਇਹਨਾਂ ਗੱਲਾਂ 'ਚ ਆਉਣਾ। ਤਾਂ ਮੈਨੂੰ ਕਦੇ ਆ ਲੱਗਿਆ ਨਹੀਂ, ਇਹਨਾਂ ਗੱਲਾਂ 'ਚ ਮੈਨੂੰ ਕਦੇ ਪੈਣ ਨਹੀਂ ਦਿੱਤਾ। ਏਕਮ ਮੰਮਾ ਦੇ ਨਾਲ ਜਦੋਂ ਗੱਲ ਹੋਈ ਤੇ ਉਹ ਕਹਿੰਦੇ ਵੀ ਸਾਡੇ ਲਈ ਇੱਕ ਸਰਪ੍ਰਾਈਜ਼ ਸੀਗਾ, ਵੀ ਏਕਮ ਬਹੁਤ ਰੌਲਾ ਪਾ ਰਹੀ ਸੀ ਕਿ ਮੰਮਾ ਮੈਂ ਪਾਪਾ ਨੂੰ ਪਿਆਰ ਕਰਦੀ ਹਾਂ, ਮੈਂ ਵੀ ਪਾਪਾ ਲਈ ਕੁਝ ਕਰਨਾ ਚਾਹੁੰਦੀ ਹਾਂ, ਤੇ ਕਹਿੰਦੇ ਮੈਂ ਉਹਨਾਂ ਨੂੰ ਅਵੋਇਡ ਕਰਦੀ ਰਹੀ, ਤੇ ਇੱਕ ਦਿਨ ਜ਼ਬਰਦਸਤੀ ਉਹ ਪਲਾਨ ਬਣਾ ਕੇ ਪਿੰਡਾਂ ਦਾ ਤੇ ਚਲੀ ਗਈ, ਤੇ ਫਿਰ ਸੱਦਾ ਆਉਣ ਲੱਗ ਗਿਆ ਕਿ ਏਕਮ ਨੂੰ ਇੱਥੇ ਭੇਜੋ। ਕੀ ਲੱਗਦਾ ਏਕਮ ਆਪਣਾ ਫਿਊਚਰ ਵੀ ਇਸੇ ਚੀਜ਼ 'ਚ ਟੋਲ ਰਹੀ ਹੈ, ਜਾਂ ਹਾਲ ਦੀ ਘੜੀ ਸਿਰਫ ਪਾਪਾ ਦੇ ਲਈ ਸਾਥ ਦੇਣ ਦੀ ਇਹ ਚੀਜ਼ਾਂ? ਫਿਲਹਾਲ ਤਾਂ ਮੈਂ ਜੀ, ਮੇਰਾ ਇੱਕ ਹੀ ਮਕਸਦ ਹੈ ਆਪਦੇ ਪਾਪਾ ਨੂੰ ਇਲੈਕਸ਼ਨ ਜਿਤਾਉਣਾ, ਤੇ ਮੈਨੂੰ ਲੱਗਦਾ ਹੈ ਕਿ ਲੋਕੀ ਸਾਡਾ ਪੂਰਾ ਸਾਥ ਦੇ ਰਹੇ ਨੇ। ਪਰ ਜਿੱਥੋਂ ਮੈਂ ਫਿਊਚਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਂ ਕਦੇ ਇਹਨਾਂ ਚੀਜ਼ਾਂ ਬਾਰੇ ਸੋਚਿਆ ਨਹੀਂ ਕਿ ਮੈਂ ਪੋਲਿਟਿਕਸ 'ਚ ਹੀ ਆਉਣਾ ਹੈ ਜਾਂ ਮੈਂ ਕੁਝ ਹੋਰ ਕਰਨਾ ਹੈ। ਮੇਰੇ ਪੇਰੈਂਟਸ ਨੇ ਮੈਨੂੰ ਕਦੇ ਆ ਕਿਹਾ ਨਹੀਂ ਕਿ ਬੱਚੇ ਤੂੰ ਆਹੀ ਕਰਨਾ ਹੈ, ਜਿਵੇਂ ਆਪਣੇ ਇੰਡੀਅਨ ਪੇਰੈਂਟਸ ਦੀ ਗੱਲ ਹੁੰਦੀ ਹੈ ਕਿ ਉਹ ਆਪਦੇ ਬੱਚੇ ਦਾ ਕਰੀਅਰ ਡਿਸਾਈਡ ਕਰਦੇ। ਮੇਰੇ ਪੇਰੈਂਟਸ ਨੇ ਮੈਨੂੰ ਕਦੇ ਵੀ ਨਹੀਂ ਕਿਹਾ। ਐਕਚੁਅਲੀ ਮੈਂ ਮੰਮਾ ਨੂੰ ਕਿਹਾ ਸੀ ਕਿ ਮੈਂ ਲਾਅ ਕਰਨਾ ਚਾਹੁੰਦੀ ਹਾਂ, ਤੇ ਮੰਮਾ ਨੇ ਕਿਹਾ ਲੈ ਉਹ ਤਾਂ ਬਹੁਤ ਜ਼ਿਆਦਾ ਪੜ੍ਹਨਾ ਪੈਂਦਾ ਹੈ, ਕੋਈ ਨਾ ਤੂੰ ਲਾਅ ਨਹੀਂ, ਕੁਝ ਤੂੰ ਈਜ਼ੀਅਰ ਕਰ ਲਾ ਜਿੱਥੇ ਮਤਲਬ ਤੈਨੂੰ ਜ਼ਿਆਦਾ ਮੱਥਾ ਨਾ ਮਾਰਨਾ ਪਵੇ। ਪਰ ਮੇਰੇ ਪੇਰੈਂਟਸ ਨੇ ਮੈਨੂੰ ਕਦੇ ਫੋਰਸ ਨਹੀਂ ਕੀਤਾ ਕਿ ਤੂੰ ਆ ਇੰਜੀਨੀਅਰਿੰਗ ਕਰਨੀ ਹੈ, ਤੂੰ ਨਹੀਂ ਡਾਕਟਰ ਹੀ ਬਣਨਾ ਹੈ, ਮੈਨੂੰ ਇਹੋ ਜਿਹੀ ਕਦੇ ਗੱਲਾਂ ਨਹੀਂ ਕਹੀਆਂ। ਵਟ ਐਵਰ ਆਈ ਵਾਂਟ ਟੂ ਡੂ ਮੈਂ ਕਰ ਸਕਦੀ ਹਾਂ। ਪਰ ਏਕਮ ਇਹਦੇ ਵਿੱਚ ਨਾ ਆਪਦੇ ਵੀ ਸੁਪਨੇ ਹੁੰਦੇ ਆ, ਜਿਹੜੀ ਇਸ ਏਜ ਦੇ ਬੱਚੇ ਹੁੰਦੇ ਨਾ, ਉਹ ਜਦੋਂ ਇੱਕ ਰਾਤ ਸੌਂਦੇ ਆ ਤੇ ਉਹ ਵਕੀਲ ਬਣ ਕੇ ਸੌਂਦੇ, ਸਵੇਰ ਨੂੰ ਉੱਠ ਕੇ ਉਹ ਡਾਕਟਰ ਬਣ ਜਾਂਦੇ ਆ, ਫਿਰ ਉਹ ਅਗਲੀ ਰਾਤ ਨੂੰ ਕੁਝ ਹੋਰ ਸੋਚ ਕੇ ਸੌਂਦੇ ਆ, ਫਿਰ ਅਗਲੇ ਦਿਨ ਕੁਝ ਹੋਰ ਹੁੰਦੇ ਆ। ਤੁਹਾਡੇ ਸੁਪਨੇ ਵੀ ਤਾਂ ਕੁਝ ਰਹੇ ਹੋਣਗੇ ਕਿ ਮੈਂ ਆ ਬਣਨਾ ਹੈ, ਜਾਂ ਇੱਕ ਕੋਈ ਚੀਜ਼ ਹਾਈਲਾਈਟਡ ਦਿਮਾਗ 'ਚ ਜ਼ਿਆਦਾ ਫਿਕਸ ਰਹਿੰਦੀ ਹੈ ਵੀ ਇਹ ਚੀਜ਼ ਮੈਨੂੰ ਅਟਰੈਕਟ ਕਰ ਰਹੀ ਹੈ? ਮੈਂ 5 ਸਾਲਾਂ ਦੀ ਸੀ ਜਦੋਂ ਮੇਰੀ ਇੱਕ ਹੀ ਸੁਪਨਾ ਉਦੋਂ ਦਾ ਕਿ ਮੈਂ ਆਪਦੀ ਫਾਦਰ ਦੀ ਲੈਗੇਸੀ ਗਾਂ ਲੈ ਕੇ ਜਾਣੀ ਹੈ। ਅੱਛਾ, ਉਹ ਕਿਸੇ ਵੀ ਤਰੀਕੇ 'ਚ ਹੋ ਸਕਦੀ ਹੈ। ਮੈਂ ਲੱਗਦਾ ਵੀ ਏਕਮ ਵੀ ਰਾਜਨੀਤੀ 'ਚ ਫਿਰ ਆ ਹੀ ਜਾਊ। ਨਹੀਂ, ਨਾਟ ਐਗਜ਼ੈਕਟਲੀ। ਮੈਂ ਚਾਹੁੰਦੀ ਹਾਂ ਕਿ ਜਿੰਨਾ ਗਿੱਦੜਵਾ ਦੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਹੈ, ਮੈਂ ਉਹਨਾਂ ਦਾ ਮੁੱਲ ਕਦੇ ਮੋੜ ਨਹੀਂ ਪਾਉਂਗੀ, ਨੈਵਰ। ਮੇਰੀਆਂ ਅਗਲੀ ਵਾਲੀਆਂ ਜਨਰੇਸ਼ਨਸ ਵੀ ਕਦੇ ਨਹੀਂ ਮੋੜ ਪਾਉਣਗੀਆਂ। ਇੱਕ ਆਮ ਜੇ ਸਧਾਰਨ ਜੇ ਬੰਦੇ ਨੂੰ 3 ਵਾਰੀ 2 ਵਾਰੀ ਬਣਾਉਣਾ ਤੇ ਤੀਜੀ ਵਾਰੀ ਮਤਲਬ ਪੂਰੀ ਸਪੋਰਟ ਕਰਕੇ ਟਿਕਟ ਵੀ ਦੇਣਾ ਤੇ ਹੋਪਫੁਲੀ ਜਿਤਾਉਣਾ, ਮੈਨੂੰ ਲੱਗ ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਮੈਂ ਚਾਹੁੰਦੀ ਹਾਂ ਕਿ ਮੈਂ ਜਿੱਥੇ ਵੀ ਆਪਦੀ ਸਟੇਟ ਵਾਸਤੇ, ਆਪਦੇ ਕੰਟਰੀ ਵਾਸਤੇ, ਜਿੱਥੇ ਵੀ ਉਹਨਾਂ ਨੂੰ ਵਾਪਸ ਦੇ ਸਕਦੀ ਹਾਂ, ਮੈਂ ਉਹ ਕਰਨਾ ਚਾਹੁੰਦੀ ਹਾਂ। ਏਕਮ ਵੈਸੇ ਤਾਂ ਤੁਹਾਡੀ ਏਜ ਦੇ ਵਿੱਚ ਜਦੋਂ ਪਹਿਲੀ ਸਾਡੇ ਵਾਲੀ ਪੀੜ੍ਹੀ ਦੇ ਜਾਂ ਉਸ ਤੋਂ ਪਹਿਲਾਂ ਵਾਲੇ ਬੱਚੇ ਸੀ, ਬਹੁਤੇ ਇਨੋਸੈਂਟ ਜਿਹੇ ਹੁੰਦੇ ਸੀ, ਕਹਿਣ ਦਾ ਮਤਲਬ ਕਿ ਆਹ ਚੀਜ਼ਾਂ ਇੰਨੀਆਂ ਜ਼ਿਆਦਾ ਸਿਆਣੀਆਂ ਗੱਲਾਂ ਥੋੜਾ ਜਿਹਾ ਕੁੜੀਆਂ ਹਾਲਾਂਕਿ ਥੋੜਾ ਜਿਹਾ ਸਮੇਂ ਤੋਂ ਪਹਿਲਾਂ ਮੈਚਿਓਰ ਹੋ ਜਾਂਦੀਆਂ। ਪਰ ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਜਿਸ ਤਰ੍ਹਾਂ ਦਾ, ਚਲੋ ਇਹ ਗਲੀਆਂ ਨਾਲੀਆਂ, ਇਹ ਬਹੁਤ ਹੀ ਜ਼ਿਆਦਾ ਉਹੋ ਜਿਹੇ ਮੁੱਦੇ ਆ ਜਿਹੜੇ ਪਿਛਲੀਆਂ ਸਰਕਾਰਾਂ ਨੇ ਜਾਂ ਕਦੀ ਕਹ ਲਓ ਕਿ ਬੜੇ ਲੰਬੇ ਸਮੇਂ ਤੋਂ ਇਹ ਹੁਣ ਤੱਕ ਹੱਲ ਹੋਣੇ ਚਾਹੀਦੇ ਸੀ, ਪਰ ਸਾਡੇ ਲੋਕ ਵਿਚਾਰੇ ਅਜੇ ਵੀ ਇਹਨਾਂ ਚੀਜ਼ਾਂ 'ਚ ਫਸੇ ਹੋਏ ਆ, ਬੁਨਿਆਦੀ ਲੋੜਾਂ ਹੀ ਨਹੀਂ ਪੂਰੀਆਂ ਹੋਈਆਂ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਔਰਤ ਦੀ ਦਸ਼ਾ ਤੁਸੀਂ ਕਿੱਥੇ ਦੇਖਦੇ ਹੋ? ਕਿਉਂਕਿ ਤੁਸੀਂ ਬਹੁਤ ਸਿਆਣੀਆਂ ਗੱਲਾਂ ਕਰ ਰਹੇ ਹੋ, ਸੋ ਮੈਂ ਥੋੜ੍ਹੀਆਂ ਉਸ ਹੈਵੀ ਗੱਲਾਂ ਦੇ ਵੱਲ ਆ ਜਾਂਦੀ ਹਾਂ। ਲੇਡੀਜ਼ ਦਾ ਤੁਸੀਂ ਕੀ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਹਰ ਇੱਕ ਕੁੜੀਆਂ ਹਰ ਇੱਕ ਜਗ੍ਹਾ ਤੇ ਆਪਣੇ ਆਪ ਨੂੰ ਪ੍ਰੂਫ ਕਰ ਚੁੱਕੀਆਂ ਹੋਈਆਂ ਕਿ ਅਸੀਂ ਹਰ ਇੱਕ ਕੰਮ ਕਰ ਸਕਦੀਆਂ, ਜਿੱਥੇ ਨੋ ਸੀ ਨਾ ਉਹਨਾਂ ਦੇ ਉੱਥੇ ਵੀ ਉਹਨਾਂ ਇੱਕ ਪ੍ਰੂਫ ਕਰਤਾ, ਤੇ ਆਰਮੀ ਦੇ ਵਿੱਚ ਵੀ ਹੁਣ ਕੁੜੀਆਂ ਜਾ ਕੇ ਬੈਠ ਗਈਆਂ। ਕੀ ਲੱਗਦਾ ਕਿ ਪੰਜਾਬ ਦੇ ਵਿੱਚ ਬੇਸਿਕਲੀ, ਜਿਵੇਂ ਤੁਸੀਂ ਹੁਣ ਪਿੰਡ ਪੱਧਰ ਤੇ ਫਿਰ ਰਹੇ ਹੋ, ਬਹੁਤ ਭੋਲੀਆਂ ਬੀਬੀਆਂ ਤੁਹਾਡੇ ਹਾਂ ਦੀਆਂ ਕੁੜੀਆਂ ਤੁਹਾਨੂੰ ਮਿਲਦੀਆਂ ਹੋਣਗੀਆਂ, ਤੁਹਾਨੂੰ ਲੱਗਦਾ ਹੋਊਗਾ ਕਿ ਇਹਨਾਂ ਨੂੰ ਕੁਝ ਵੀ ਨਹੀਂ ਪਤਾ। ਕੀ ਲੱਗਦਾ ਕਿ ਬੇਸਿਕਲੀ ਇੱਥੇ ਕਿਸ ਚੀਜ਼ ਦੀ ਨੀਡ ਆ, ਔਰ ਕੁੜੀਆਂ ਦੇ ਲਈ ਸਪੈਸ਼ਲੀ ਕੀ ਕਰਨਾ ਹੋਊਗਾ? ਇੱਕ ਮੇਜਰ ਚੀਜ਼ ਦੀ ਲੋੜ ਹੈ ਇੱਥੇ ਕੁੜੀਆਂ ਵਾਸਤੇ, ਐਜੂਕੇਸ਼ਨ। ਇੱਕ ਬਹੁਤ ਵੱਡਾ ਮੁੱਦਾ ਹੈ ਜੀ। ਆਪਾਂ ਜਿੰਨੇ ਮਰਜ਼ੀ ਸਕੂਲ ਦੇ ਦਈਏ, ਜਿੰਨੇ ਮਰਜ਼ੀ ਯੂਨੀਵਰਸਿਟੀਜ਼ ਲਿਆ ਦਈਏ, ਜਿੰਨੇ ਮਰਜ਼ੀ ਕਾਲਜ ਬਣਾ ਦਈਏ, ਪਰ ਜਿੰਨੀ ਦੇਰ ਮਾਪਿਓ ਆਪ ਨਹੀਂ ਸੋਚਣਗੇ ਕਿ ਨਹੀਂ ਜੀ ਸਾਡੀ ਬੇਟੀ ਹੈ, ਅਸੀਂ ਪੜ੍ਹਾਉਣਾ ਨਹੀਂ, ਅਸੀਂ ਕਰਨਾ ਨਹੀਂ ਚਾਹੁੰਦੇ ਜੀ, ਜਿੰਨੀ ਦੇਰ ਆਹ ਚੀਜ਼ ਦਿਮਾਗ 'ਚੋਂ ਨਿਕਲ ਨਹੀਂ ਜਾਂਦੀ, ਉਨੀ ਦੇਰ ਸਰਕਾਰ ਦਾ ਲਿਆਇਆ ਹੋਇਆ ਕੋਈ ਵੀ ਕਾਲਜ ਇਹਨਾਂ ਵਾਸਤੇ ਹੈਲਪ ਨਹੀਂ ਕਰੂਗਾ। ਜਿਵੇਂ ਮੈਂ ਜਾਣੀ ਹੈ,
ਉਹਨਾਂ ਦਾ ਜਿਹੜੇ ਬੇਟੇ ਹੁੰਦੇ ਆ ਉਹ ਤਾਂ ਬਹੁਤ ਜ਼ਿਆਦਾ ਪੜ੍ਹ ਲਿਖ ਜਾਂਦੇ ਆ, MBBS ਕੀਤੀ ਹੁੰਦੀ ਹੈ ਜੀ, ਪਰ ਬੇਟੀ ਕਿੰਨਾ ਪੜ੍ਹੇ ਨੇ ਜੀ? 12 ਪਾਸ ਕੀਤੀ ਹੈ ਜਾਂ 12 ਵੀ ਨਹੀਂ ਕੀਤੀ ਹੈ, ਠੀਕ ਹੈ। ਤੇ ਸਰਕਾਰ ਦੀ ਇਹਦੇ 'ਚ ਫਿਰ ਨੁਕਸ ਸਰਕਾਰ ਦਾ ਹੁੰਦਾ ਹੈ ਕਿ ਗਲਤੀ ਸਰਕਾਰ ਦੀ ਹੈ ਕਿ ਸਾਨੂੰ ਸਰਕਾਰੀ ਨੌਕਰੀ ਨਹੀਂ ਮਿਲ ਰਹੀ। ਕਿਉਂ ਨਹੀਂ ਮਿਲ ਰਹੀ? ਕਿਉਂਕਿ ਤੁਸੀਂ ਘੱਟ ਪੜ੍ਹੇ ਹੋ, ਠੀਕ ਹੈ ਜੀ। ਤੇ ਹਰ ਬੰਦੇ ਨੂੰ ਸਰਕਾਰੀ ਨੌਕਰੀ ਮਿਲ ਵੀ ਨਹੀਂ ਸਕਦੀ, ਕਈ ਵਾਰੀ ਪ੍ਰਾਈਵੇਟ ਤੌਰ ਤੇ ਵੀ ਤੁਹਾਨੂੰ ਜੌਬ ਕਰਨੀ ਪੈਂਦੀ ਹੈ। ਪਰ ਇੱਕ ਬਹੁਤ ਵੱਡਾ ਮੁੱਦਾ ਹੈ ਐਜੂਕੇਸ਼ਨ ਫॉर ਡਾਟਰਸ, ਜਿਹੜਾ ਮੈਨੂੰ ਲੱਗਦਾ ਹੈ ਗਿੱਦੜਬਾਹਾ 'ਚ ਅਸੀਂ ਬਹੁਤ ਜ਼ਿਆਦਾ ਫੋਕਸ ਸਾਡਾ ਉਹ ਸੀ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਪੇਰੈਂਟਸ ਆਪਣੀਆਂ ਕੁੜੀਆਂ ਨੂੰ ਪੜ੍ਹਾਉਣਾ ਤਾਂ ਚਾਹੁੰਦੇ ਆ, ਪੇਰੈਂਟਸ ਕਿਤੇ ਨਾ ਕਿਤੇ ਇਹ ਲੱਭ ਰਹੇ ਹੁੰਦੇ ਕਿ ਕਿਤੇ ਕੋਈ ਇਹੋ ਜਿਹਾ ਕਾਲਜ ਮਿਲ ਜੇ ਜਿਹੜਾ ਸਾਡੀ ਕੁੜੀ ਨੂੰ ਬੱਸ ਆਵੇ, ਘਰੋਂ ਲੈ ਕੇ ਜਾਵੇ ਕਾਲਜ, ਤੇ ਕਾਲਜ ਤੋਂ ਸਿੱਧਾ ਘਰ। ਇੱਕ ਇਨਸਿਕਿਉਰਿਟੀ, ਜਿਸ ਤਰ੍ਹਾਂ ਦਾ ਮਾਹੌਲ ਹੈ ਕਿ ਅਜੇ ਵੀ ਅਸੀਂ 21ਵੀਂ ਸਦੀ ਦੇ ਬੂਹੇ ਦੇ ਅੰਦਰ ਵੜ ਗਏ ਹੋਏ ਹਾਂ। ਅਸੀਂ ਰਾਤ ਨੂੰ ਬਾਹਰ ਨਿਕਲਣ ਲੱਗੇ ਕੋਈ 10 ਵਾਰੀ ਸੋਚਦੇ। ਤੁਹਾਨੂੰ ਲੱਗਦਾ ਨਹੀਂ ਕਿ ਇੱਕ ਇਨਸਿਕਿਉਰਿਟੀ ਵੀ ਕਿਤੇ ਨਾ ਕਿਤੇ ਕਾਊਂਟ ਕਰਦੀ ਕਿ ਪੇਰੈਂਟਸ ਡਰਦੇ ਆਪਣੀਆਂ ਕੁੜੀਆਂ ਬਾਹਰ ਕੱਢਣ? ਡੈਫੀਨੇਟਲੀ ਕਰਦੇ ਆ ਜੀ। ਆਪਣਾ ਕੰਟਰੀ ਮਤਲਬ ਐਵੇਂ ਸਾਡੇ ਲੋਕ ਬਹੁਤ ਹੁਣ ਸਿਆਣੇ ਹੋ ਗਏ ਹੈ, ਸਾਡੇ ਵੀਰ ਵੀ ਬਹੁਤ ਸਿਆਣੇ ਹੋ ਗਏ ਹੈ, ਪਰ ਮੈਨੂੰ ਲੱਗਦਾ ਹੈ ਕਿ ਇਨਸਿਕਿਉਰਿਟੀ ਹਮੇਸ਼ਾ ਇੱਕ ਪੇਰੈਂਟਸ ਦੇ ਦਿਮਾਗ 'ਚ ਹੁੰਦੀ ਹੈ ਕਿ ਨਹੀਂ ਜੀ ਸਾਡੀ ਬੇਟੀ ਹੈ ਤੇ ਅਸੀਂ ਬਾਹਰ ਨਹੀਂ ਲੈ ਕੇ ਜਾਣਾ, ਬਾਹਰ ਨਹੀਂ ਕੱਢਣਾ। ਕਈ ਵਾਰੀ ਤਾਂ ਐ ਹੁੰਦਾ ਕਿ ਉਹ ਬਾਹਰ ਉਦੋਂ ਨਿਕਲਦੀ ਹੈ ਜਦੋਂ ਉਹਦਾ ਵਿਆਹ ਹੁੰਦਾ ਹੈ। ਫਰਸਟ ਟਾਈਮ ਸ਼ੀ ਗੈਟਸ ਆਊਟ ਆਫ ਦ ਹਾਊਸ ਇਜ਼ ਵੈਨ ਸ਼ੀ ਗੈਟਸ ਮੈਰਿਡ। ਬਹੁਤ ਕੁੜੀਆਂ ਨੇ ਕਦੀ ਪਹਾੜ ਹੀ ਨਹੀਂ ਦੇਖੇ, ਕਦੇ ਪਹਾੜਾਂ ਦੀਆਂ ਪਗਡੰਡੀਆਂ ਤੇ ਤੁਰੀਆਂ ਵੀ ਨਹੀਂ, ਖਾਬ ਵੀ ਨਹੀਂ ਦੇਖਦੀਆਂ। ਤੁਸੀਂ ਜਦੋਂ ਬੱਚੇ ਨੂੰ ਆਪਦੇ ਘਰ ਦੇ ਵਿੱਚ ਸੀਮਿਤ ਕਰ ਦਿੰਦੇ ਹੋ, ਤੁਸੀਂ ਉਹਦੇ ਡ੍ਰੀਮਸ ਮਾਰ ਦਿੰਦੇ ਹੋ। ਜਦੋਂ ਉਹ ਬਾਹਰਲੀ ਦੁਨੀਆ ਵੇਖਦੀ ਨਹੀਂ, ਉਹ ਨਵੇਂ ਖਾਬ ਬੁਣਦੀ ਨਹੀਂ ਕਿ ਮੈਂ ਬਸ ਉਹ ਚਾਰ ਦੀਵਾਰਾਂ 'ਚ ਸੀਮਿਤ ਰਹਿ ਜਾਂਦੀ ਹੈ ਕਿ ਅੱਜ ਮੈਂ ਇੱਥੇ ਹਾਂ ਤੇ ਕੱਲ੍ਹ ਨੂੰ ਮੈਂ ਆਪਦੀ ਸਹੁਰੀ ਘਰੀ ਹੋਊਂਗੀ, ਤੇ ਉਹਦੇ ਵਾਸਤੇ ਉਹਦਾ ਚਾਰ ਦੀਵਾਰੀ ਉਹਦੀ ਪੂਰੀ ਜ਼ਿੰਦਗੀ ਬਣ ਜਾਂਦੀ ਹੈ। ਪਰ ਮੈਨੂੰ ਲੱਗਦਾ ਹੈ ਜਿਵੇਂ ਮੇਰੇ ਪੇਰੈਂਟਸ ਹੈ, ਮੈਨੂੰ ਉਹ 100% ਟਰਸਟ ਕਰਦੇ ਹੈ। ਮੇਰੇ ਭਰਾ ਨਾਲੋਂ ਵੱਧ ਸ਼ਾਇਦ ਮੈਨੂੰ ਟਰਸਟ ਕਰਦੇ ਹੈ, ਸ਼ਾਇਦ ਨਹੀਂ, ਡੈਫੀਨੇਟਲੀ, ਠੀਕ ਹੈ। ਮੈਂ ਜਿੱਥੇ ਮਰਜ਼ੀ ਜਾਣਾ ਹੋਵੇ, ਜੇ ਮੈਂ ਕਹਿੰਦੀ ਕਿ ਨਹੀਂ ਪਾਪਾ ਮੈਂ ਕਿਸੇ ਦੀ ਪਾਰਟੀ ਤੇ ਬਰਥਡੇ ਪਾਰਟੀ ਤੇ ਜਾਣਾ, ਮੈਨੂੰ ਉਹਨਾਂ ਨੇ ਕਦੇ ਰੋਕਿਆ ਨਹੀਂ ਕਿ ਤੂੰ ਚਲੀ ਜਾ। ਕਈ ਵਾਰੀ ਮੈਨੂੰ ਮਨਾ ਕਰਨਾ ਕਿ ਮੈਂ ਨਹੀਂ ਜਾਣਾ, ਆਈ ਡੋਂਟ ਵਾਂਟ ਟੂ ਗੋ, ਪਰ ਉਹਨੇ ਮੈਨੂੰ ਕਿਸੇ ਚੀਜ਼ ਤੇ ਕਦੇ ਰੋਕ ਨਹੀਂ ਲਾਈ। ਜਿੰਨੀ ਦੇਰ ਤੁਸੀਂ ਆਪਦੀਆਂ ਕੁੜੀਆਂ ਤੇ 100% ਟਰਸਟ ਨਹੀਂ ਕਰ ਦੋਗੇ, ਤੁਹਾਡੇ ਵਿੱਚ ਉਹ ਇਨਸਿਕਿਉਰਿਟੀ ਰਹੂਗੀ। ਮੈਂ ਚਾਹੁੰਦੀ ਹਾਂ ਕਿ ਹਰ ਪੇਰੈਂਟ, ਹਰ ਮਾਪਿਓ ਉਵੇਂ ਆਪਦੀ ਕੁੜੀਆਂ ਨੂੰ ਟਰੀਟ ਕਰੇ ਜਿਵੇਂ ਉਹ ਆਪਦੇ ਮੁੰਡਿਆਂ ਨੂੰ ਕਰਦੇ। ਇਦਾਂ ਦੀਆਂ ਕਦੇ ਗੱਲਾਂ ਹੁੰਦੀਆਂ? ਕਈ ਵਾਰੀ ਐਂ ਲੱਗਦਾ ਹੁੰਦਾ ਵੀ ਕਿਸੇ ਘਰ 'ਚ ਜੀ ਜਿਹਾ ਹੀ ਲੱਗ ਗਿਆ ਔਰ ਬੇਬੇ ਕਿਤੇ ਕੋਈ ਸ਼ੁਰੂ ਹੋ ਗਈ ਹੋਵੇ ਵੀ ਕੁੜੇ ਤੂੰ ਕਿੰਨਾ ਪੜ੍ਹ ਗਈ ਆ, ਤੂੰ ਇਹ ਆ, ਇਹ ਉਹ ਲੱਗਦਾ। ਇਦਾਂ ਦੀ ਕਦੇ ਕੋਈ ਹੋਇਆ ਇਨਸੀਡੈਂਟ ਇੱਥੇ ਜਦੋਂ ਦੇ? ਕੱਲ ਮੈਂ ਬਹੁਤ ਫ੍ਰੀਕੁਐਂਟਲੀ ਹੁੰਦਾ, ਤੇ ਕੱਲ ਮੈਂ ਐਕਚੁਅਲੀ ਵਾਰਡ ਨੰਬਰ 15 ਸੀ ਤੇ ਕਾਫੀ ਲੇਡੀਜ਼ ਇਕੱਠੀਆਂ ਹੋਈਆਂ ਬੈਠੀਆਂ ਸੀ। ਫਿਰ ਉਹ ਤਾਂ ਉਹਨਾਂ ਨੇ ਮੈਨੂੰ ਜਾਣ ਹੀ ਨਹੀਂ ਦਿੱਤਾ। ਮੈਂ ਅਗਲਾ ਡੋਰ ਟੂ ਡੋਰ ਕਰਨਾ ਸੀ, ਫਿਰ ਉਹਨਾਂ ਨੇ ਮੈਨੂੰ ਫਿਰ ਮੈਂ ਵਾਪਸ ਜਦੋਂ ਮੈਂ ਉੱਥੋਂ ਉੱਠ ਕੇ ਚਲੀ ਗਈ, ਫਿਰ ਮੈਂ ਵਾਪਸ ਮੁੜ ਰਹੀ ਸੀ, ਉਹਨਾਂ ਨੇ ਮੈਨੂੰ ਫੇਰ ਰੋਕ ਲਿਆ। ਕੀ ਗੱਲਾਂ ਕੀਤੀਆਂ? ਬਸ ਜਿਵੇਂ ਕਈ ਕੰਮ ਹੁੰਦੇ ਆ ਜਿਹੜੇ ਉਹਨਾਂ ਦੇ ਰਹਿ ਗਏ, ਜਾਂ ਫਿਰ ਉਹਨਾਂ ਦੀਆਂ ਬੇਟੀਆਂ ਕੀ ਕਰ ਰਹੀਆਂ, ਉਹ ਕਿੰਨਾ ਪੜ੍ਹ ਰਹੀਆਂ। ਮੈਂ ਜਦੋਂ ਵੋਟ ਮੰਗਣ ਜਾਂਦੀ ਹਾਂ, ਮੈਂ ਆ ਵੀ ਕਹਿੰਦੀ ਹਾਂ ਕਿ ਤੁਸੀਂ ਆਪਦੀਆਂ ਕੁੜੀਆਂ ਨੂੰ ਪੜ੍ਹਾਉਣੋਂ ਨਹੀਂ ਹਟਾਉਣਾ, ਠੀਕ ਹੈ। ਆ ਮੇਰੀ ਇੱਕ ਮੇਨ ਲਾਈਨ ਹੁੰਦੀ ਹੈ ਕਿ ਤੁਸੀਂ ਫਿਰ ਉਹ ਮੂਹਰੇ ਕੁਝ ਕਹਿ ਨਹੀਂ ਦਿੰਦੀਆਂ ਕਿ ਚੰਗਾ ਫਿਰ ਆਪਣੇ ਪਾਪਾ ਨੂੰ ਕਹਿ ਕੇ ਆਹ ਕਰਵਾ ਦੇ? ਇਦਾਂ ਦਾ ਹੁੰਦਾ ਕੁਝ? ਪਹਿਲਾਂ ਤਾਂ ਜੀ ਹੁੰਦਾ ਸੀ ਕਿ ਕਾਲਜ ਨਹੀਂ ਹੈ ਇੱਥੇ, ਸਕੂਲ ਨਹੀਂ ਹੈ, ਪਰ ਹੁਣ ਉਹ ਪ੍ਰੋਬਲਮ ਨਹੀਂ ਹੈ। ਸਾਡੇ ਕੋਲੇ ਕਾਲਜ ਵੀ ਹੈ, ਸਾਡੇ ਕੋਲੇ ਸਕੂਲ ਵੀ ਹੈ। ਇੱਕ ਹੀ ਪ੍ਰੋਬਲਮ ਹੈ, ਉਹ ਚਾਹੁੰਦੇ ਹੈ ਕਿ ਐਫਰਟ ਤਾਂ ਕਰਨੀ ਪੈਂਦੀ ਹੈ। ਤੁਸੀਂ ਸਕੂਲ, ਹੁਣ ਮੈਂ ਵੀ ਹਾਂ, ਹੁਣ ਮੈਨੂੰ ਕੋਈ ਚੱਕਰ ਨਹੀਂ ਆਉਂਦਾ ਆਪਦੇ ਘਰੋਂ, ਸਕੂਲ ਵਾਲੀ ਪ੍ਰਿੰਸੀਪਲ ਮੈਨੂੰ ਆਪ ਬਿਠਾ ਕੇ ਆਪ ਚਲੋ ਜੀ, ਐਫਰਟ ਤਾਂ ਕਰਨੀ ਪਊਗੀ, ਤੁਰ ਕੇ ਤਾਂ ਜਾਣਾ ਹੀ ਪਊਗਾ। ਤੇ ਬਸ ਇੱਕ ਹੀ ਪ੍ਰੋਬਲਮ ਆਉਂਦੀ ਹੈ ਕਿ ਜੀ ਅੱਛਾ ਜੀ ਸਾਨੂੰ ਕੋਈ ਲੈ ਕੇ ਨਹੀਂ ਜਾ ਰਿਹਾ ਇੱਥੋਂ, ਪਰ ਉਹ ਤਾਂ ਮੈਨੂੰ ਲੱਗਦਾ ਹੈ ਹਾਂ ਬੱਸਿਸ ਚੱਲਣੀਆਂ ਚਾਹੀਦੀਆਂ ਹਰ ਥਾਂ ਤੇ, ਪਰ ਕਈ ਇੱਕ ਲਿਮਿਟ ਤੱਕ ਤਾਂ ਐਫਰਟ ਤੁਹਾਨੂੰ ਕਰਨੀ ਪਊਗੀ ਨਾ। ਬੋਲਡਨੈਸ ਤਾਂ ਆਈ ਥਿੰਕ ਹੋਣੀ ਚਾਹੀਦੀ ਹੈ, ਫਿਰ ਹੀ ਅਸੀਂ ਬਹੁਤ ਚੀਜ਼ਾਂ ਦਾ ਸਾਹਮਣਾ ਕਰ ਸਕਦੇ ਹਾਂ। ਬੋਲਡਨੈਸ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਮੁੰਡਿਆਂ 'ਚ ਹੋਵੇ ਜਾਂ ਨਾ ਹੋਵੇ, ਕੁੜੀਆਂ 'ਚ ਹੋਣੀ ਬਹੁਤ ਜ਼ਰੂਰੀ ਹੈ। ਜੇ ਕੁੜੀ ਨੂੰ ਨਾ ਕਹਿਣੀ ਆਉਂਦੀ ਹੈ ਤੇ ਉਹ ਆਪਦੀ ਪੂਰੀ ਦੁਨੀਆ ਚੇਂਜ ਕਰ ਸਕਦੀ ਹੈ। ਜੇ ਉਹਨੂੰ ਆਪਦੇ ਰਾਈਟਸ ਵਾਸਤੇ ਲੜਨਾ ਆਉਂਦਾ ਹੈ ਤਾਂ ਫਿਰ ਮੈਨੂੰ ਲੱਗਦਾ ਨਹੀਂ ਉਹਨੂੰ ਦੁਨੀਆ ਦੀ ਕੋਈ ਵੀ ਚੀਜ਼ ਰੋਕ ਸਕਦੀ ਹੈ। ਇੱਕ ਨਾ ਹੋਰ ਚੀਜ਼ ਆ ਮੈਂ ਆਪਣੇ ਪਰਸਨਲ ਤਜਰਬੇ ਤੋਂ ਸ਼ੇਅਰ ਕਰਨਾ ਚਾਹੁੰਦੀ ਹਾਂ। ਜਦੋਂ ਆਪਾਂ ਦਿੱਲੀ ਮੋਰਚੇ ਦੇ ਵਿੱਚ ਬੈਠੇ ਹੋਏ ਸੀ ਲੋਕ, ਮੈਨੂੰ ਨਹੀਂ ਪਤਾ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਜਾਂ ਨਹੀਂ ਮਿਲਿਆ, ਇੱਥੇ ਬਹੁਤ ਵਾਰੀ ਹੁੰਦਾ ਕਿ ਤੁਹਾਡੇ ਕੱਪੜਿਆਂ ਨੂੰ ਲੈ ਕੇ ਵੀ ਜੱਜ ਕਰਨਾ ਸ਼ੁਰੂ ਕਰ ਦਿੰਦੇ। ਡਜ਼ਨਟ ਮੈਟਰ ਤੁਸੀਂ ਕਿੰਨਾ ਪੜ੍ਹ ਗਏ ਆ, ਕਿੱਥੇ ਕਿਹੜੀ ਅਚੀਵਮੈਂਟ ਦੇ ਵਿੱਚ ਆ, ਉਹ ਕਹਿੰਦੇ ਵੀ ਨਹੀਂ ਜੀਨ ਪਾਈ ਹੋਈ ਆ, ਚੰਗਾ ਜਾਨੇ ਇਹ ਤੂੰ ਨਾ ਉੱਥੇ ਆਉਣਾ ਪਿੰਡ 'ਚ ਥੋੜਾ ਤੂੰ ਕੱਪੜੇ ਚੁੰਨੀ ਵਾਲਾ ਕੋਈ ਪਾਇਆ ਹੀ। ਤੇ ਦਿੱਲੀ ਜਦੋਂ ਅਸੀਂ ਮੋਰਚਾ ਕਵਰ ਕਰ ਰਹੇ ਸੀ, ਬਜ਼ੁਰਗਾਂ ਨੂੰ ਕੋਈ ਮਤਲਬ ਨਹੀਂ ਸੀ ਕੱਪੜੇ ਕਿਵੇਂ ਦੇ ਪਾਏ ਹੋਏ ਆ, ਉਹ ਸ਼ਾਬਾਸ਼ੇ ਕਹਿ ਕੇ ਬਿਠਾਉਂਦੇ ਹੁੰਦੇ ਸੀ। ਲੱਗਦਾ ਕਿ ਇਹ ਵੀ ਇੱਕ ਸਾਡੀ ਥਿੰਕਿੰਗ ਦੇ ਵਿੱਚ ਬੈਰੀਅਰ ਆ ਕਿ ਅਸੀਂ ਹਰ ਇੱਕ ਚੀਜ਼ ਨੂੰ ਕਦੀ ਕੱਪੜਿਆਂ ਨਾਲ ਕਦੀ ਪਹਿਰਾਵੇ ਨਾਲ ਜੱਜ ਕਰਦੇ ਹਾਂ। ਇਹਨਾਂ ਚੀਜ਼ਾਂ ਤੋਂ ਵੀ ਬਾਹਰ ਨਿਕਲ ਆਉਣਾ ਚਾਹੀਦਾ। ਡੈਫੀਨੇਟਲੀ ਤੁਸੀਂ ਇੱਕ
ਕੁੜੀ ਨੂੰ ਜੱਜ ਨਹੀਂ ਕਰ ਸਕਦੇ ਉਹਨੇ ਜੀਨ ਪਾਈ ਹੈ ਜਾਂ ਉਹਨੇ ਸਕਰਟ ਪਾਈ ਹੈ ਤੁਸੀਂ ਉਹਦੇ ਨਾਲ ਉਹਨੂੰ ਜੱਜ ਨਹੀਂ ਕਰ ਸਕਦੇ ਜੇ ਅੱਜ ਮੈਂ ਸੂਟ ਪਾਇਆ ਤੇ ਕੱਲ ਨੂੰ ਮੈਂ ਸ਼ਾਇਦ ਜੀਨਸ ਪਾਈਆਂ ਹੋਣਗੀਆਂ ਤੁਸੀਂ ਆ ਨਹੀਂ ਕਹਿ ਸਕਦੇ ਕਿ ਉਹ ਸੇਮ ਏਕਮ ਨਹੀਂ ਹੈ ਮੈਂ ਅੰਦਰੋਂ ਤਾਂ ਸੇਮ ਹੀ ਰਹੂੰਗੀ ਮੈਂ ਅੰਦਰੋਂ ਤਾਂ ਸੇਮ ਹੀ ਰਹੂੰਗੀ ਜੇ ਤੁਸੀਂ ਆਪਦੇ ਮੁੰਡਿਆਂ ਨੂੰ ਅਲਾਉ ਕਰਦੇ ਹੋ ਇੱਕ ਜੀਨ ਪਾਉਣੀ ਤੇ ਮੈਨੂੰ ਲੱਗਦਾ ਨਹੀਂ ਇਹਦੇ 'ਚ ਕੁਛ ਮਾੜਾ ਹੈ ਕਿ ਕੁੜੀ ਨੇ ਜੀਨ ਪਾ ਲਈ ਕੁਛ ਵੀ ਮਾੜਾ ਨਹੀਂ ਹੈ ਪਰਸਨਲ ਚੋਇਸ ਹੁੰਦੀ ਹੈ ਜੇ ਉਹਨੂੰ ਕੁੜੀ ਨੂੰ ਆਪ ਨੂੰ ਚੰਗਾ ਲੱਗਦਾ ਹੈ ਕਿ ਉਹਨੂੰ ਆਪ ਨੂੰ ਉਹਨੂੰ ਕੌਨਫੀਡੈਂਟ ਹੈ ਉਹ ਪਾਉਣ ਨੂੰ ਕਿਵੇਂ ਕਈ ਕੁੜੀਆਂ ਹੁੰਦੀਆਂ ਜਿਨ੍ਹਾਂ ਨੂੰ ਜੀਨ ਪਾਉਣੀ ਅੱਛੀ ਨਹੀਂ ਲੱਗਦੀ ਆਈ ਰਿਸਪੈਕਟ ਦੈਟ ਕੰਪਲੀਟਲੀ ਨਹੀਂ ਅੱਛੀ ਲੱਗਦੀ ਨਾ ਪਾਵੇ ਕਈ ਹੁੰਦੀਆਂ ਜਿਹਨੂੰ ਸੂਟ ਨਹੀਂ ਅੱਛਾ ਲੱਗਦਾ ਉਹ ਨਾ ਪਾਉਣ ਇੱਕ ਪਰਸਨਲ ਚੋਇਸ ਹੁੰਦੀ ਹੈ ਜਿਹੜੀ ਮੈਨੂੰ ਲੱਗਦਾ ਹਰ ਬੰਦੇ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਕਿ ਤੁਸੀਂ ਇੱਕ ਬੰਦੇ ਦੀ ਪਰਸਨਲ ਲਾਈਫ 'ਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਸਪੈਸ਼ਲੀ ਇੱਕ ਕੁੜੀ ਦੀ ਜੇ ਉਹ ਕੁੜੀ ਨੂੰ ਇੱਕ ਚੀਜ਼ ਸਰਟਨ ਲਿਮਿਟ ਤੱਕ ਕੁਝ ਪਸੰਦ ਹੈ ਉਹਦੇ ਪੇਰੈਂਟਸ ਅਲਾਉ ਕਰਦੇ ਆ ਫਿਰ ਮੈਨੂੰ ਲੱਗਦਾ ਨਹੀਂ ਸੋਸਾਇਟੀ ਕੁਝ ਵੀ ਕਹਿ ਸਕਦੀ ਹੈ ਤੇ ਉਹਨੂੰ ਆਪਦੇ ਵਿੱਚ ਵੀ ਆਪ ਨੂੰ ਵੀ ਕੌਨਫੀਡੈਂਸ ਹੋਣਾ ਚਾਹੀਦਾ ਕਿ ਮੈਂ ਪਾਇਆ ਤੇ ਮੇਰੇ ਪੇਰੈਂਟਸ ਅਲਾਉ ਕਰਦੇ ਆ ਸਭ ਨਾਲੋਂ ਵੱਡੀ ਚੀਜ਼ ਹੁੰਦੀ ਹੈ ਤੁਹਾਡੇ ਪੇਰੈਂਟਸ ਖੁਸ਼ ਹੈ ਜੇ ਤੁਹਾਡੇ ਪੇਰੈਂਟਸ ਖੁਸ਼ ਹੈ ਫਿਰ ਦੁਨੀਆ ਜੋ ਮਰਜ਼ੀ ਬੋਲ ਰਹੀ ਹੈ ਹੂ ਕੈਰਸ ਮੇਰਾ ਲਾਸਟ ਜਿਹੜਾ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਹੈ ਕਿ ਆਮ ਤੌਰ ਤੇ ਹੁੰਦਾ ਇਹ ਹੈ ਕਿ ਮੈਂ ਪਿੱਛੇ ਮੰਮਾ ਨਾਲ ਵੀ ਤੁਹਾਡੇ ਨਾਲ ਡਿਸਕਸ ਕਰ ਰਹੀ ਸੀ ਕਿ ਤੁਸੀਂ ਖੈਰ ਬਹੁਤ ਛੋਟੇ ਹੋ ਪਰ ਜਿੰਨੀਆਂ ਸਿਆਣੀਆਂ ਤੇ ਗੰਭੀਰ ਗੱਲਾਂ ਕਰ ਰਹੇ ਹੋ ਉਹਨਾਂ ਦੇ ਵਿੱਚ ਇਹ ਲੱਗਦਾ ਹੈ ਕਿ ਇੱਕ ਟੈਬੂ ਬਣ ਗਿਆ ਹੋਇਆ ਪਿੱਛੇ ਮੈਂ ਗੱਲ ਕਰ ਰਹੀ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਸਹੂਲਤਾਂ ਉਹਨਾਂ ਦੇ ਵਿੱਚ ਸੈਨੀਟਰੀ ਪੈਡਸ ਤੱਕ ਪਹੁੰਚਾਏ ਜਾਂਦੇ ਆ ਬੱਚੀਆਂ ਤੱਕ ਬਟ ਇੱਕ ਟੈਬੂ ਹੈ ਕਿ ਜੇ ਉੱਥੇ ਮੇਲ ਸਾਰੇ ਦੇ ਸਾਰੇ ਟੀਚਰਾਂ ਤੇ ਬੱਚੀਆਂ ਜਾ ਕੇ ਮੰਗਦੀਆਂ ਹੀ ਨਹੀਂ ਹੈਗੀਆਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਸਿਹਤ ਦਾ ਜਿਹੜਾ ਪੱਖ ਹੈਗਾ ਕਿ ਕਿਤੇ ਨਾ ਕਿਤੇ ਬਹੁਤ ਸਾਰੀਆਂ ਔਰਤਾਂ ਜਾਂ ਕੁੜੀਆਂ ਸਿਹਤ ਦੇ ਪੱਖੋਂ ਬਿਮਾਰੀਆਂ ਇੰਨੀਆਂ ਜਿਹਦਾ ਲੈ ਲੈਂਦੀਆਂ ਔਰ ਸਕੂਲ ਜਿਹੜੀਆਂ ਸਰਕਾਰੀ ਸਹੂਲਤਾਂ ਲੈ ਹੀ ਨਹੀਂ ਪਾਉਂਦੀਆਂ ਕਿਉਂਕਿ ਉਹ ਗੱਲ ਨਹੀਂ ਕਰ ਸਕਦੀਆਂ ਖੁੱਲ੍ਹ ਕੇ ਤੁਹਾਨੂੰ ਲੱਗਦਾ ਕਿ ਸਕੂਲਾਂ ਦੇ ਵਿੱਚ ਬਹੁਤ ਬ੍ਰੌਡਲੀ ਇਹ ਚੀਜ਼ਾਂ ਜਿਹੜੀਆਂ ਬੋਲਡਲੀ ਡਿਸਕਸ ਹੋਣੀਆਂ ਚਾਹੀਦੀਆਂ I'm so glad ਤੁਸੀਂ ਆ ਮੈਨੂੰ ਕੁਐਸਚਨ ਪੁੱਛਿਆ ਸੈਨੀਟਰੀ ਨੈਪਕਿਨਸ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀਆਂ ਅੱਜ ਕੱਲ੍ਹ ਪੜ੍ਹੀਆਂ ਲਿਖੀਆਂ ਕੁੜੀਆਂ ਵੀ ਮੰਗਣ ਤੋਂ ਡਰਦੀਆਂ ਤੁਸੀਂ ਕੈਮਿਸਟ ਤੇ ਜਾਓਗੇ ਯੂ ਕਾਂਟ ਈਵਨ ਪੁਆਇੰਟ ਇਟ ਆਊਟ ਇਹਦੇ 'ਚ ਕੋਈ ਟੈਬੂ ਨਹੀਂ ਹੈ ਰੱਬ ਨੇ ਸਾਨੂੰ ਇਹੋ ਜਿਹਾ ਬਣਾਇਆ ਹੈ ਤੁਸੀਂ ਆਪਦੇ ਆਪ 'ਚ ਪ੍ਰਾਊਡ ਹੋਣੇ ਚਾਹੀਦੇ ਹੋ ਤੁਹਾਡੀ ਬੋਡੀ ਰੱਬ ਨੇ ਆਹ ਦਿੱਤੀ ਹੈ ਤੁਹਾਨੂੰ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈ ਤੁਹਾਨੂੰ ਆਪਦੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਇਹਦੇ 'ਚ ਮੈਂ ਵੇਖਦੀ ਹਾਂ ਅੱਜ ਕੱਲ੍ਹ ਪੜ੍ਹੀਆਂ ਲਿਖੀਆਂ ਕੁੜੀਆਂ ਵੀ ਜੇ ਕੋਈ ਨੋਰਮਲੀ ਡਿਸਕਸ ਕਰ ਰਿਹਾ ਤੇ ਉਹ ਕਹਿਣਗੀਆਂ ਕਿ ਨਹੀਂ ਆਪਾਂ ਬੋਲਣਾ ਨਹੀਂ ਮੈਨ ਬੈਠੇ ਦੱਸਣ ਤੋਂ ਵੀ ਗੁਰੇਜ਼ ਕਰਦੀਆਂ ਕਿ ਅਸੀਂ ਦੱਸਣਾ ਨਹੀਂ ਹੈਗਾ ਪੇਨ ਬਰਦਾਸ਼ਤ ਕਰਦੀਆਂ ਹਾਂ ਕਿ ਮੈਨ ਬੈਠੇ ਆਪਾਂ ਗੱਲ ਨਹੀਂ ਕਰਨੀ ਜੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦੀ ਪਰ ਮੈਂ ਆਪਣੇ ਪੇਰੈਂਟਸ ਨਾਲ ਬਹੁਤ ਫਰੀਕੁਐਂਟਲੀ ਮੰਮਾ ਪਾਪਾ ਨਾਲ ਗੱਲ ਕਰਦੀ ਹਾਂ ਕਿ ਜੇ ਮਤਲਬ ਜੇ ਇੱਕ ਬੰਦੇ ਨੂੰ ਆ ਪ੍ਰੋਬਲਮ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਹੋਵੇ ਉਹ ਕਿੰਨਾ ਲਾਊਡਲੀ ਤੇ ਕਿੰਨਾ ਬੋਲਡਲੀ ਉਸ ਚੀਜ਼ ਨੂੰ ਐਕਸਪ੍ਰੈਸ ਕਰਦੇ ਆ ਕਿ ਨਿੱਕੀ ਜਿਹੀ ਵੀ ਪ੍ਰੋਬਲਮ ਹੋਵੇ ਨਿੱਕਾ ਜਿਹੀ ਸੱਟ ਵੱਜ ਗਈ ਹੋਵੇ ਤੇ ਉਹ ਕਿੱਡੀ ਵੱਡੀ ਮੁੱਦਾ ਬਣ ਜਾਂਦਾ ਉਹਨਾਂ ਵਾਸਤੇ ਕਿ ਲੈ ਜੀ ਮੇਰੇ ਸੱਟ ਵੱਜ ਗਈ ਪਰ ਸਾਨੂੰ ਕਿੰਨੀ ਜ਼ਿਆਦਾ ਪੇਨ ਕਈ ਕੁੜੀਆਂ ਨੂੰ ਜਿਨ੍ਹਾਂ ਨੂੰ ਮਤਲਬ ਪੇਨ ਹੁੰਦੀ ਹੈ ਕਿੰਨੀ ਲਿਮਿਟ ਤੱਕ ਸਫਰ ਕਰ ਪਾਉਂਦੀਆਂ ਕਿਉਂਕਿ ਉਹ ਦੇ ਹੈਵ ਟੂ ਗੋ ਥਰੂ ਇਟ ਕਿਉਂਕਿ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਦੇ ਸਮਾਜ ਨੇ ਉਹਨਾਂ ਨੂੰ ਦੱਸਿਆ ਕਿ ਮਤਲਬ ਸਹਿਣਾ ਸਿੱਖੋ ਜੇ ਤੁਹਾਨੂੰ ਪੇਨ ਹੈ ਜਾਂ ਤੁਹਾਨੂੰ ਕੋਈ ਪ੍ਰੋਬਲਮ ਹੈ ਕੋਈ ਘਰੇਲੂ ਤੌਰ ਤੇ ਪ੍ਰੋਬਲਮ ਹੈ ਉਹਨੂੰ ਸਹਿਣਾ ਨਹੀਂ ਚਾਹੀਦਾ ਜੇ ਇੱਕ ਬੰਦਾ ਨਹੀਂ ਸਹਿੰਦਾ ਹਾਂ ਐਡਜਸਟ ਕਰਨਾ ਪੈਂਦਾ ਕਈ ਵਾਰੀ ਇੱਕ ਬੰਦੇ ਨੂੰ ਵੀ ਤੇ ਇੱਕ ਫੀਮੇਲ ਨੂੰ ਵੀ ਫਲੈਕਸੀਬਲ ਹੋਣਾ ਪੈਂਦਾ ਪਰ ਕਈ ਵਾਰੀ ਮੈਂ ਵੇਖਦੀ ਹਾਂ ਡੋਮੈਸਟਿਕ ਵਾਇਲੈਂਸ ਤੇ ਉਹ ਆਪਦੇ ਬੱਚਿਆਂ ਪਿੱਛੇ ਮਤਲਬ ਜਿਵੇਂ ਮਤਲਬ ਮੈਂ ਟੌਪਿਕ ਪੂਰਾ ਡਿਫਰੈਂਟ ਹੈ ਪਰ ਜਿਵੇਂ ਮੇਰੇ ਕੋਲ ਲੇਡੀਜ਼ ਆਉਂਦੀਆਂ ਜਿਨ੍ਹਾਂ ਕੋਲ ਬੱਚੇ ਆਈ ਮੀਨ ਬਹੁਤ ਵੱਡੇ ਬੱਚੇ ਹੈ 12 13 ਸਾਲ ਦੇ ਹਸਬੈਂਡ ਡਜ਼ਨਟ ਵਾਂਟ ਟੂ ਕੀਪ them ਬਟ ਦੇ ਵਾਂਟ ਟੂ ਸਟੇ ਬਿਕਾਜ਼ ਆਫ देयर ਕਿਡਸ ਪਰ ਬੱਚੇ ਤਾਂ ਉਹਨਾਂ ਦੇ ਵੀ ਉਨੇ ਹੀ ਕੀ ਹੈ ਇਕੱਲੇ ਤੁਹਾਡੇ ਤਾਂ ਨਹੀਂ ਫਲੈਕਸੀਬਲ ਦੋਵਾਂ ਸਾਈਡਸ ਤੋਂ ਹੋਣਾ ਪੈਂਦਾ ਹੈ ਉਹ ਡਿਵੋਰਸ ਵੀ ਨਹੀਂ ਲੈਣਾ ਚਾਹੁੰਦੇ ਕਿਉਂਕਿ ਸਮਾਜ ਕੀ ਕਹੂਗਾ ਤੁਸੀਂ ਉਸ ਪਲੇਨ ਸਫਰ ਕਰਨੀ ਹੈ ਸਮਾਜ ਨੇ ਬਸ ਗੱਲਾਂ ਕਰਨੀਆਂ ਇਦਾਂ ਨਹੀਂ ਲੱਗਦਾ ਕਿ ਕੁੜੀਆਂ ਇੱਕ ਛੱਤ ਦੇ ਚੱਕਰ ਦੇ ਵਿੱਚ ਬਹੁਤ ਕੁਝ ਕਰਦੀਆਂ ਪਹਿਲਾਂ ਪੇਰੈਂਟਸ ਕਿ ਮੈਨੂੰ ਇਸ ਘਰ ਤੋਂ ਬਾਹਰ ਕਰ ਦਿੱਤਾ ਜਾਊਗਾ ਜੇ ਉਹਨਾਂ ਦੇ ਕਹਿਣੇ 'ਚ ਨਾ ਗਈ ਫਿਰ ਦੂਜੇ ਨੰਬਰ ਤੇ ਸਹੁਰੇ ਇੱਕ ਲੱਗਦਾ ਨਹੀਂ ਹੈ ਕਿ ਛੱਤ ਆਪਣੇ ਆਪ ਕ੍ਰੀਏਟ ਕਰਨ ਦੀ ਇੱਕ ਸਮਰੱਥਾ ਜ਼ਰੂਰ ਹੋਣੀ ਚਾਹੀਦੀ ਆ ਕਿ ਇਸ ਚੱਕਰ ਦੇ ਵਿੱਚ ਨਾ ਕੁਝ ਸਹਿਣਾ ਪਵੇ ਦੇਖੋ ਆਪਾਂ ਜਿੱਥੇ ਵੀ ਜਾਂਦੇ ਆ ਆਪਣੇ ਸਪੈਸ਼ਲੀ ਆਪਣੇ ਕਲਚਰ ਦੀ ਇੱਕ ਉਹ ਗੱਲ ਹੈ ਕਿ ਜੀ ਮੈਂ ਆਹ ਕਰ ਲਿਆ ਤਾਂ ਲੋਕੀ ਕੀ ਕਹਿਣਗੇ ਜੇ ਮੈਂ ਆਹ ਕਰ ਲਿਆ ਮੇਰੇ ਮੰਮਾ ਪਾਪਾ ਨਾ ਬੋਲਣ ਟਰਸਟ ਇੱਕ ਬਹੁਤ ਵੱਡੀ ਚੀਜ਼ ਹੈ ਮੈਨੂੰ ਉਨੀ ਦੇਰ ਕੋਈ ਮੇਰਾ ਕੈਰੈਕਟਰ ਜੱਜ ਨਹੀਂ ਕਰ ਸਕਦਾ ਜਿੰਨੀ ਦੇਰ ਮੈਨੂੰ ਆਪ ਨੂੰ ਪਤਾ ਹੈ ਕਿ ਮੈਂ ਸਹੀ ਹਾਂ ਠੀਕ ਹੈ ਜੇ ਮੈਂ ਅੱਜ ਕੁਝ ਕਿਹਾ ਹੈ ਮੈਂ ਕੁਝ ਗਲਤ ਕਹਿਤਾ ਪਰ ਮੈਨੂੰ ਉਹ ਸਹੀ ਲੱਗਿਆ ਪਰ ਸਾਰੇ ਮੇਰੇ ਉਲਟ ਹੈ ਪਰ ਜੇ ਮੈਨੂੰ ਆਪਦੇ 'ਚ ਵਿਸ਼ਵਾਸ ਹੈ ਕਿ ਨਹੀਂ ਮੈਂ ਸਹੀ ਹਾਂ ਫਿਰ ਮੈਂ ਸਹੀ ਹਾਂ ਮੈਨੂੰ ਕੋਈ ਰੋਕ ਨਹੀਂ ਸਕਦਾ ਫਾਈਨੈਂਸ਼ਲੀ ਕਿਤੇ ਨਾ ਕਿਤੇ ਆਪ ਸਮਰੱਥ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
ਇੱਕ ਵੱਡਾ ਕੌਜ਼ ਹੈ ਕਿ ਜਦੋਂ ਉਹਨਾਂ ਨੂੰ ਲੱਗਦਾ ਕਿ ਨਹੀਂ ਜੇ ਮੇਰੇ ਘਰ ਵਾਲੇ ਨੇ ਪੈਸੇ ਨਾ ਦਿੱਤੇ ਤਾਂ ਫਿਰ ਜਾਂ ਉਹ ਮੈਨੂੰ ਘਰੋਂ ਕੱਢ ਦੂਗਾ, ਮੈਂ ਕਿਹਦੀ ਛੱਤ ਹੇਠਾਂ ਰਹੂੰਗੀ। ਲੱਗਦਾ ਨਹੀਂ ਹੈ ਕਿ ਖੁਦ ਜਿਹੜਾ ਕਮਾਈ ਦਾ ਸਾਧਨ ਹੋਣਾ ਚਾਹੀਦਾ, ਜਿਵੇਂ ਤੁਹਾਡੇ ਮੰਮਾ ਪਿੱਛੇ ਕਹਿ ਰਹੇ ਸੀਗੇ ਵੀ ਭਾਵੇਂ ਘਰੇਲੂ ਕੰਮ ਕਰਕੇ ਥੋੜੀ ਅਰਨਿੰਗ ਹੋਵੇ ਪਰ ਜਦੋਂ ਮੈਂ ਛੋਟੀ ਸੀ ਮੈਨੂੰ ਕਦੇ ਬਾਰਬੀ ਡਾਲਸ ਨਾਲ ਖੇਡਣ ਨਹੀਂ ਦਿੱਤਾ, ਕਿਉਂਕਿ ਮੰਮਾ ਨੂੰ ਲੱਗਦਾ ਸੀ ਇੱਕ ਪਰਸੈਪਸ਼ਨ ਬਣ ਜਾਂਦੀ ਹੈ ਕੁੜੀਆਂ ਦੇ ਦਿਮਾਗ 'ਚ ਕਿ ਉਵੇਂ ਡਰੈਸ ਚੇਂਜ ਕਰਨੀ, ਉਵੇਂ ਹੀ ਪਾਉਣੀ, ਕਿ ਵੱਡੇ ਹੋ ਕੇ ਆਈ ਬੱਚਿਆਂ ਦੇ ਕੱਪੜੇ ਲਾ ਕੇ ਆਈ ਪਾਉਣੇ ਹੈ। ਠੀਕ ਹੈ, ਮੈਨੂੰ ਕਦੇ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਰੱਖਿਆ ਕਿ ਜਿਵੇਂ ਕਿਚਨ ਸੈੱਟ ਆਉਂਦਾ ਸੀ, ਮੈਨੂੰ ਸ਼ਾਇਦ ਮੇਰੇ ਬ੍ਰਦਰ ਨੂੰ ਮੇਰੇ ਨਾਲ ਬੈਟਰ ਕੁਕਿੰਗ ਆਉਂਦੀ ਹੈ, ਮੈਨੂੰ ਕੁਛ ਨਹੀਂ ਬਣਾਉਣਾ ਆਉਂਦਾ। ਠੀਕ ਹੈ, ਤੇ ਮੈਨੂੰ ਮੰਮਾ ਪਾਪਾ ਨੇ ਕਦੇ ਆ ਵੀ ਨਹੀਂ ਕਿਹਾ ਕਿ ਤੂੰ ਆਹ ਨਹੀਂ ਕਰਨਾ, ਤੂੰ ਆਹ ਕਰਨਾ ਹੈ। ਜਿਵੇਂ ਮੈਂ ਵੇਖਦੀ ਹਾਂ ਇੱਥੇ ਲੇਡੀਜ਼ ਕੈਂਪੇਨ ਨਹੀਂ ਕਰਦੀਆਂ, ਸਪੈਸ਼ਲੀ ਗਰਲਸ ਮਾਈ ਏਜ। ਠੀਕ ਹੈ, ਹਾਂ ਬਹੁਤ ਕੁੜੀਆਂ ਹੁਣ ਆ ਰਹੀਆਂ ਕਿਉਂਕਿ ਉਹ ਦੇਖਦੇ ਆ ਕਿ ਅੱਛਾ ਜੀ ਮੈਂ ਵੀ ਜਾ ਰਹੀ ਹਾਂ, ਹੁਣ ਦੂਸਰੀਆਂ ਕੁੜੀਆਂ ਵੀ ਆ ਰਹੀਆਂ, ਪਰ ਆਉਣੀਆਂ ਚਾਹੀਦੀਆਂ। ਆਈ ਐਮ ਪ੍ਰਾਊਡ ਆਫ ਦੈਮ, ਡਜ਼ਨਟ ਮੈਟਰ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ। ਠੀਕ ਹੈ, ਜੇ ਉਹ ਆਪਦੇ ਫਾਦਰ ਵਾਸਤੇ ਖੜ ਸਕਦੀਆਂ, ਆਪਦੇ ਮਦਰ ਵਾਸਤੇ ਖੜ ਸਕਦੀਆਂ, ਫਿਰ ਜੇ ਉਹਨਾਂ ਲੋਕਾਂ ਵਾਸਤੇ ਉਹ ਖੜ ਸਕਦੀਆਂ, ਫਿਰ ਉਹ ਆਪਦੇ ਵਾਸਤੇ ਵੀ ਖੜ ਸਕਦੀਆਂ। ਤੇ ਫਾਈਨੈਂਸ਼ਲੀ ਪ੍ਰਿਯੰਕਾ ਚੋਪੜਾ ਨੇ ਇੱਕ ਵਾਰੀ ਕਿਹਾ ਸੀ, ਮੈਨੂੰ ਐਗਜ਼ੈਕਟ ਕੋਟ ਤਾਂ ਨਹੀਂ ਪਤਾ, ਬਟ it doesn't matter who your father is, your brother is, your husband is, but you should have your own identity. You should have money for yourself. ਕਿ ਜੇ ਕੱਲ ਨੂੰ ਤੁਹਾਡਾ ਕਦੇ ਰੌਲਾ, ਹਰ ਚੀਜ਼ ਪਰਮਾਨੈਂਟ ਨਹੀਂ ਹੁੰਦੀ ਆਪਦੇ ਲਾਈਫ ਵਿੱਚ। ਅੱਜ ਸ਼ਾਇਦ ਮੈਂ ਕਿਤੇ ਹੈ ਤੇ ਕੱਲ ਨੂੰ ਮੈਂ ਸ਼ਾਇਦ ਇਸ ਥਾਂ ਤੇ ਨਹੀਂ ਹੋਊਂਗੀ। ਮੈਨੂੰ ਆਪਦੇ ਵਾਸਤੇ ਆਪਦੇ ਸੋਰਸਿਸ ਆਪ ਕ੍ਰੀਏਟ ਕਰਨੇ ਪੈਣਗੇ, ਮੈਂ ਕਿਸੇ ਤੇ ਡਿਪੈਂਡੈਂਟ ਨਹੀਂ ਰਹਿ ਸਕਦੀ। ਮੇਰਾ ਲਾਸਟ ਸਵਾਲ ਹੈ ਇੱਕਮ ਕਿ ਰਾਜਾ ਵੜਿੰਗ ਤੁਹਾਡੇ ਪਾਪਾ, ਤੁਸੀਂ ਹੁਣੇ ਗੱਲ ਕਰਤੀ ਕਿ ਇਸ ਚੀਜ਼ ਤੋਂ ਪਾਸੇ ਜਾਈਏ, ਇਲੈਕਸ਼ਨਸ ਦੇ ਵਿੱਚ ਕਾਂਗਰਸ ਨੂੰ ਤੁਸੀਂ ਉਹ ਕਰ ਰਹੇ ਹੋ, ਇਸ ਚੀਜ਼ ਤੋਂ ਪਾਸੇ ਜਾਈਏ, ਤੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਕਮੀ ਕਿਹੜੀ ਲੱਗਦੀ ਹੈ? ਇੱਕ ਜਿਹੜਾ ਇੱਕ 15-16 ਸਾਲਾਂ ਦਾ ਬੱਚਾ ਸੋਚ ਰਿਹਾ ਹੋ, ਇੱਕ ਬੇਟੀ ਸੋਚ ਰਹੀ ਹੋ ਵੀ ਆਹ ਤਾਂ ਚੇਂਜ ਹੋਣੀ ਚਾਹੀਦੀ ਆ, ਇਹ ਲੈ ਹੀ ਨਹੀਂ ਰਹੀ ਮਗਰੋਂ। ਐਮਪਲੋਇਮੈਂਟ ਇੱਕ ਬਹੁਤ ਵੱਡਾ ਮੁੱਦਾ ਹੈ ਜਿਹਦੇ ਕਰਕੇ ਮੇਰੇ ਨੌਜਵਾਨ ਭੈਣਾਂ ਮੇਰੇ ਵੀਰ ਸਾਡੀ ਇੰਨੀ ਸੋਹਣੀ ਸਟੇਟ ਛੱਡ ਕੇ ਬਾਹਰ ਨੂੰ ਭੱਜਦੇ ਆ। ਉੱਥੇ ਵੀ ਜਾ ਕੇ ਉਹਨਾਂ ਨੂੰ ਇਸ ਤੋਂ ਤਿੱਗਣਾ ਕੰਮ ਕਰਨਾ ਪੈਂਦਾ ਹੈ, ਪਰ ਉੱਥੇ ਸੋਰਸਿਸ ਹੈ, ਇੱਥੇ ਆਪਣੇ ਕੋਲ ਸੋਰਸਿਸ ਹੈ ਨਹੀਂ। ਬਸ ਇੱਕ ਹੀ ਚੀਜ਼ ਦੀ ਆਪਣੇ ਪੰਜਾਬ 'ਚ ਕਮੀ ਹੈ, ਐਮਪਲੋਇਮੈਂਟ। ਤੇ ਜੇ ਉਹ ਬਣ ਜੇ, ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਭੈਣ ਜਾਂ ਕੋਈ ਵੀ ਵੀਰ ਬਾਹਰ ਝਾਕਣ ਲੱਗਣਗੇ, ਕਿਉਂਕਿ ਉੱਥੇ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ, ਕਿਉਂਕਿ ਉਹਦੇ ਪੇਰੈਂਟਸ ਦੀ ਸਪੋਰਟ ਨਹੀਂ ਹੁੰਦੀ। ਇੱਥੇ ਪੇਰੈਂਟਸ ਦੀ ਸਪੋਰਟ ਵੀ ਹੁੰਦੀ ਹੈ, ਪਰ ਜੇ ਇੱਥੇ ਜੌਬਸ ਆ ਜਾਣ ਤਾਂ ਦੇ ਕੈਨ ਡੂ ਈਵਨ ਬੈਟਰ। ਥੈਂਕ ਯੂ ਵੈਰੀ ਮਚ। ਸੋ ਇਹ ਪਿਆਰੀ ਜੀ ਬੱਚੀ ਬਹੁਤ ਛੋਟੀ ਉਮਰ ਆ ਔਰ ਸਿਰਫ 9ਵੀਂ ਕਲਾਸ ਦੇ ਵਿੱਚ ਪੜ੍ਹਦੀ ਆ। ਇਹਦੀਆਂ ਗੱਲਾਂ ਮੈਂ ਸੁਣੀਆਂ ਸੀ ਤੇ ਮੈਨੂੰ ਲੱਗਿਆ ਕਿ ਹੋਰ ਜਾਣੀਏ ਤਾਂ ਕਿ ਇਸ ਏਜ ਦੀਆਂ ਬੱਚੀਆਂ ਸੋਚਦੀਆਂ ਕੀ ਆ, ਜੇ ਉਹ ਪੜ੍ਹ ਲਿਖ ਰਹੀਆਂ ਤੇ ਅਗਲੇ ਜਿਹੜੇ ਸੁਪਨੇ ਆ ਕਿੰਨੀ ਹਿੰਮਤ ਦੇ ਨਾਲ ਜਿਉਣੇ ਚਾਹੀਦੇ ਆ, ਉਹਨਾਂ ਦੇ ਬਾਰੇ ਗੱਲ ਕਰਨੀ ਜ਼ਰੂਰੀ ਸੀ। ਹਰ ਸਟੋਰੀ ਸ਼ੋਅ ਦੇ ਵਿੱਚ ਇਹ ਨਹੀਂ, ਦਿਓ ਇਜਾਜ਼ਤ, ਸ਼ੁਕਰੀਆ।